ਸਿੱਖ ਫੌਜੀਆਂ ਲਈ ਹੀ ਹੈਲਮਟ ਕਿਉਂ ਜ਼ਰੂਰੀ ਨੇ? ਦਸਤਾਰ ਦੀ ਵੱਖਰੀ ਪਛਾਣ ਨੂੰ ਖਤਮ ਇੱਕ ਨਿਸ਼ਾਨੇ ਦੇ ਤਹਿਤ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ। ਬੇਤੁਕਾ ਜਿਹਾ ਫੈਸਲਾ ਬਗੈਰ ਸ਼ਾਇਦ ਸੋਚੇ ਸਮਝੇ, ਬਗੈਰ ਸਿੱਖ ਜਗਤ ਦੀਆਂ ਭਾਵਨਾਵਾਂ ਸਮਝੇ। ਕੋਈ ਮੈਨੂੰ ਇਹੋ ਜਿਹਾ ਕੇਸ ਨਹੀਂ ਮਿਲਿਆ ਆਪਣੇ ਜੋ ਦੇਖਣ ਨੂੰ ਕਿ ਜਿਹਦੇ ਸਿਰ ਤੇ ਲੱਗਣ ਕਰਕੇ ਉਹ ਸ਼ਹੀਦ ਹੋਇਆ ਹੋਵੇ। ਛਾਤੀ ਤੇ ਲੱਗਦੀਆਂ ਰਹੀਆਂ ਨੇ। ਯੈਸ, ਉਹ ਬ੍ਰਿਟਿਸ਼ਰਸ ਦੇ ਖੁਦ ਪੱਗਾਂ ਪਾ ਕੇ ਕਮਾਂਡ ਕਰਦੇ ਰਹੇ ਨੇ। ਜਿਸ ਤਰ੍ਹਾਂ ਵੀ ਹੁੰਦਾ ਰਿਹਾ ਇਤਿਹਾਸ ਦੇ ਵਿੱਚ ਕਿ ਕੋਈ ਨੌਨ ਸਿੱਖ ਉਹ ਵੀ ਦਸਤਾਰ ਦੇ ਨਾਲ ਜੰਗਾਂ ਦੇ ਵਿੱਚ ਸ਼ਮੂਲੀਅਤ ਕਰਦਾ ਤੇ ਉਹ ਪਾਉਂਦੇ ਨੇ ਪਗੜੀ ਪਾ ਕੇ, ਮੋਟੀ ਤੋਂ ਮੋਟੀ ਪਗੜੀ ਕਹਿੰਦੇ ਨੇ ਬੰਨ੍ਹ ਕੇ। ਤੇ ਉਹ ਮੇਰੇ ਸੀਓ ਜਿਹੜੇ ਸੀਗੇ ਉਹਨਾਂ ਨੂੰ ਪਗੜੀ ਅਸੀਂ ਬੰਨ੍ਹ ਕੇ ਦਿੰਦੇ ਸੀ, ਕੰਨ ਮੋਟੀ ਪਗੜੀ ਬੰਨ੍ਹ ਕੇ ਦਿਓ। ਸਾਰੇ ਹੀ ਅਫਸਰ ਬ੍ਰਿਟਿਸ਼ਰਸ ਪਾਉਂਦੇ ਰਹੇ, ਆਪਣੇ ਪਾਉਂਦੇ ਨੇ, ਹੁਣ ਤੱਕ ਪਾਉਂਦੇ ਨੇ। ਹਥਿਆਰ ਨਹੀਂ ਲਿਜਾਏ ਜਾਣਗੇ ਪੈਟਰੋਲਿੰਗ ਵਾਸਤੇ, ਮਗਰ ਉਹਨਾਂ ਦੇ ਡੰਡੇ ਖੋਲ ਕੇ ਤੇ ਉਹਨਾਂ ਨੂੰ ਮਾਰਿਆ। ਜੇ ਪੰਜ ਤੇ ਆਪਣੇ ਸੀ ਸ਼ਹੀਦ ਹੋਏ ਪੰਜਾਬ ਦੇ। ਸੇਫਟੀ ਸਿਕਿਉਰਿਟੀ ਜ਼ਰੂਰੀ ਹੈ। ਜੋ ਰਜੌਰੀ ਵਿਖੇ ਹੋਇਆ ਕਿੱਦਾਂ ਆ ਕੇ ਦਿਨ ਦੇ ਦਿਹਾੜੇ ਆ ਕੇ ਮਾਰ ਕੇ ਚਲੇ ਗਏ। ਦੇਖੋ ਦੂਸਰੀ ਕਮੈਂਟ ਦਿੰਦੇ ਕਿਉਂਕਿ ਹਿੰਦੂ ਸਨ, ਉਹ ਉਹਨਾਂ ਬਾਰੇ ਲੱਭ ਨਹੀਂ ਸਕੇ। ਪਰ ਉੱਥੇ ਪੁਲਿਸ ਸਿਕਿਉਰਿਟੀ ਕਿੱਥੇ ਛੁਪ ਗਏ? ਇਹ ਠਿਕਾਣੇ ਦਾ ਕੀ ਉੱਥੋਂ ਦੀ ਲੋਕਲ ਪੁਲਿਸ ਨਹੀਂ ਪਤਾ? ਇਹ ਸੇਫਟੀ ਸਿਕਿਉਰਿਟੀ ਜ਼ਰੂਰੀ ਹੈ। ਬੜੀਆਂ ਅਹਿਮ ਗੱਲਾਂ ਕਰ ਰਹੇ ਹੋ ਕਿ ਜਿੱਥੇ ਲੋੜ ਹੈ ਸਿਕਿਉਰਿਟੀ ਦੀ, ਸੇਫਟੀ ਦੀ, ਉੱਥੇ ਦਾ ਧਿਆਨ ਨਹੀਂ ਦਿੱਤਾ ਜਾਂਦਾ, ਨੁਕਸਾਨ ਕਰਾ ਬੈਂਦੇ ਆ ਤੇ ਇਸ ਤਰ੍ਹਾਂ ਦੇ ਫੈਸਲੇ ਲੈ ਜਾਂਦੇ ਨੇ। ਜੋਗਿੰਦਰ ਸਿੰਘ ਸੂਬੇਦਾਰ ਜਿਹਨੂੰ ਕਿ ਪਰਮਵੀਰ ਚੱਕਰਾਂ ਵਿੱਚ ਸੰਬੰਧਿਤ ਉੱਥੇ ਕੀਤਾ ਗਿਆ, ਜਦ ਕਿ ਸਾਡੇ ਕੋਲ ਬਾੜ ਦੀ ਤੰਗ ਕੀ ਹਾਲ ਸਾਰਿਆਂ ਨੂੰ ਪਤਾ। ਉਹ ਇਹੋ ਜਿਹੇ ਫੈਸਲੇ ਲੈਂਦੇ, ਇੱਕ ਪੈਨਸ਼ਨ ਦੇ ਹਾਲੇ ਤੱਕ ਇਹਨਾਂ ਦੇ ਆਪਣਾ ਫੈਸਲਾ ਉਹਨੂੰ ਲਾਗੂ ਨਹੀਂ ਕਰ ਸਕੇ। ਤਸਵੀਰ ਹੋਰ ਬੜੀ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤੀ ਜਾ ਰਹੀ ਹੈ। ਡੀਐਸ ਧਨੋਆ ਸਾਹਿਬ, ਉਹਨਾਂ ਦੀ ਤਸਵੀਰ ਕਿ ਇੱਕ ਖੜੇ ਨੇ ਔਰ ਉਹਨਾਂ ਦੀ ਹੈਲਮਟ ਵੀ ਉਹਨਾਂ ਦੇ ਹੱਥ ਦੇ ਵਿੱਚ ਨਜ਼ਰ ਆ ਰਿਹਾ। ਉਹ ਵੀ ਇੱਕ ਹਵਾਲਾ ਦਿੱਤਾ ਜਾ ਰਿਹਾ ਕਿ ਦੇਖੋ ਇਹ ਵੀ ਤਾਂ ਯੂਜ਼ ਕਰ ਹੀ ਰਹੇ। ਇਹ ਪੌੜਦੀ ਜਾ ਰਿਹਾ, ਜਿਹੜਾ ਗੋਦੀ ਮੀਡੀਆ ਨਾ ਤੁਹਾਡਾ, ਉਹ ਪੌੜਦੀ ਜਾ ਰਿਹਾ ਸਾਡੀ। ਪਤਾ ਨਹੀਂ ਹੈ ਮੀਡੀਆ ਦੁਨੀਆ ਦੇ ਨਕਸ਼ੇ ਤੇ ਕਿਸੇ ਦੀ ਵੀ ਪਛਾਣ ਹੋਵੇ, ਉਸ ਦੇ ਕੁਝ ਚਿੰਨ੍ਹ ਹੁੰਦੇ ਨੇ। ਪਛਾਣ ਵੱਖਰੀ ਕਿਵੇਂ ਬਣਦੀ ਹੈ, ਵਿਰਾਸਤ ਕੀ ਕਹਿੰਦੀ ਹੈ, ਇਹ ਸਾਰੀਆਂ ਗੱਲਾਂ ਮੈਟਰ ਕਰਦੀਆਂ ਨੇ। ਔਰ ਇੱਕ ਮਸਲਾ ਬਹੁਤ ਭਖ ਚੁੱਕਿਆ ਹੈ, ਉਹ ਹੈ ਸਿੱਖ ਫੌਜੀਆਂ ਦੇ ਲਈ, ਰੈਜੀਮੈਂਟ ਦੇ ਲਈ ਇੱਕ ਨਵਾਂ ਫੈਸਲਾ। ਕੇਂਦਰ ਸਰਕਾਰ ਨੇ ਜੋ ਫੈਸਲਾ ਲਿਆ, ਜਿਸ ਦੀ ਇੱਕ ਨਿਖੇਧੀ ਪੰਜਾਬ ਦੇ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਹੋ ਰਹੀ ਹੈ, ਚਾਹੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣ, SGPC ਹੋਵੇ ਜਾਂ ਫਿਰ ਹੋਰ ਸ਼੍ਰੋਮਣੀ ਸੰਸਥਾਵਾਂ ਹੋਣ। ਇੱਥੋਂ ਤੱਕ ਕਿ ਸਿੱਖ ਭਾਈਚਾਰੇ ਦੇ ਲੋਕ ਇਸ ਨੂੰ ਠੀਕ ਨਹੀਂ ਸਮਝ ਰਹੇ। ਫੈਸਲੇ ਦੀ ਨਿਖੇਧੀ ਹੋ ਰਹੀ ਹੈ। ਕਿਹਾ ਜਾ ਰਿਹਾ ਕਿ ਫੈਸਲਾ ਵਾਪਸ ਲਿਆ ਜਾਵੇ। ਸਿੱਖ ਫੌਜੀਆਂ ਲਈ ਹੀ ਹੈਲਮਟ ਕਿਉਂ ਜ਼ਰੂਰੀ ਨੇ? ਇਸ ਦੇ ਨਾਲ ਇੱਕ ਖਦਸ਼ਾ ਇਹ ਵੀ ਪ੍ਰਗਟਾਇਆ ਜਾ ਰਿਹਾ ਕਿ ਦਸਤਾਰ ਦੀ ਵੱਖਰੀ ਪਛਾਣ ਨੂੰ ਖਤਮ ਇੱਕ ਨਿਸ਼ਾਨੇ ਦੇ ਤਹਿਤ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ। ਇਹ ਸਾਰੀਆਂ ਗੱਲਾਂ ਕਰਾਂਗੇ। ਮੇਰੇ ਨਾਲ ਬ੍ਰਿਗੇਡੀਅਰ ਸਰਦਾਰ ਕੁਲਦੀਪ ਸਿੰਘ ਕਾਲੋਂ ਜੀ ਨੇ, ਜਿਨ੍ਹਾਂ ਦਾ ਆਪਣਾ ਲੰਮਾ ਤਜਰਬਾ ਸਰਵਿਸ ਦੌਰਾਨ ਔਰ ਲਗਾਤਾਰ ਬੇਬਾਕੀ ਨਾਲ ਆਪਣੀ ਕਲਮ ਵੀ ਚਲਾਉਂਦੇ ਨੇ, ਕਾਲਮ ਨਵੀਸ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ। ਉਹਨਾਂ ਨਾਲ ਇਹ ਸਾਰੀਆਂ ਗੱਲਾਂ ਕਰਾਂਗੇ। ਬ੍ਰਿਗੇਡੀਅਰ ਸਾਹਿਬ, ਇਸ ਫੈਸਲੇ ਨੂੰ ਪਹਿਲੀ ਨਜ਼ਰੇ ਜਦੋਂ ਆਇਆ, ਤੁਹਾਡੇ ਸਾਹਮਣੇ ਅੱਖਾਂ ਦੇ ਤੁਸੀਂ ਪੜ੍ਹਿਆ ਸੁਣਿਆ, ਤਾਂ ਕੀ ਜ਼ਿਹਨ 'ਚ ਆਇਆ? ਜੋ ਤੁਸੀਂ ਸਰਵਿਸ ਦੌਰਾਨ ਹੰਡਾਇਆ ਜਾਂ ਉਸ ਤੋਂ ਬਾਅਦ ਲਿਖਦੇ ਹੋ, ਕੀ ਸੀ ਦਿਮਾਗ 'ਚ ਗੱਲਾਂ ਕਿ ਫੈਸਲਾ ਕਿਉਂ ਆ ਗਿਆ? ਮੈਂ ਸਮਝਦਾ ਹਾਂ ਕਿ ਮੇਰੇ ਦਿਮਾਗ 'ਚ ਪਹਿਲੀ ਗੱਲ ਆਈ ਕਿ ਇਹ ਬੇਤੁਕਾ ਜਿਹਾ ਫੈਸਲਾ ਬਗੈਰ ਸ਼ਾਇਦ ਸੋਚੇ ਸਮਝੇ, ਬਗੈਰ ਸਿੱਖ ਜਗਤ ਦੀਆਂ ਭਾਵਨਾਵਾਂ ਸਮਝੇ, ਇੱਕ ਸਮਾਜ ਦੀਆਂ ਇੱਕ ਫੌਜ ਦੇ ਵਿੱਚ ਜਿਹੜੀਆਂ ਉੱਥੇ ਰਸਮ ਰਿਵਾਜ ਜਿਹੜੇ ਕਿ ਉੱਥੇ ਰੈਗੂਲੇਸ਼ਨਸ ਨੇ, ਉਹਨਾਂ ਦੀ ਕਿਤੇ ਮੇਰਾ ਖਿਆਲ ਹੈ ਕਿ ਉਹਦੇ ਬਾਰੇ ਇਹਨਾਂ ਨੇ ਬਗੈਰ ਉਹਦੇ 'ਤੇ ਅਧਿਐਨ ਕੀਤੇ, ਉਹ ਬਗੈਰ ਕਿਸੇ ਫੀਡਬੈਕ ਕਹਾਂ ਮਿਲਦੀ ਹੈ? ਦੇਖੋ ਫੀਡਬੈਕ ਮਿਲਦੀ ਹੈ ਜਿਹੜੇ ਆਪਰੇਸ਼ਨ ਆਫ ਵਾਰ ਜਿਹਨੂੰ ਲੜੀ ਜਾਂਦੇ ਨੇ, ਉਹ ਤੋਂ ਬਾਅਦ ਉਹ 'ਤੇ ਅਧਿਐਨ ਹੁੰਦਾ ਕਿ ਕਈ ਕਮੀਆਂ ਪੇਸ਼ੀਆਂ ਕੀ ਨੇ, ਚੰਗੇ ਪੁਆਇੰਟ ਕੀ ਨੇ, ਤਾਂ ਕਿ ਕਮੀਆਂ ਪੇਸ਼ੀਆਂ ਦੂਰ ਕੀਤੇ ਜਾਣ। ਮਾਡਰਨਾਈਜੇਸ਼ਨ ਆਫ ਦੀ ਆਰਮਡ ਫੋਰਸਿਸ, ਜੈਸੇ ਕਿ ਆਧੁਨਿਕੀਕਰਨ ਕਰਨਾ ਹੈ, ਜੈਸੇ ਕਿ ਨਵੀਆਂ ਤੋਪਾਂ ਆਉਣੀਆਂ ਨੇ, ਬੋਫਰਜ਼ ਆ ਗਈਆਂ, ਦੂਜੀਆਂ ਆ ਗਈਆਂ, ਮੇਕ ਦੀ ਰਿਪਲੇਸਮੈਂਟ ਹੋ ਗਈ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁੰਦੀਆਂ ਨੇ, ਮਗਰ ਇਹਦੇ 'ਤੇ ਕੋਈ ਸਟੱਡੀ ਮੇਰੇ ਕੋਲ ਨਹੀਂ ਮਿਲੀ ਦੇਖਣ ਨੂੰ। ਮੈਂ ਕਾਰਗਿਲ ਟਾਈਮ 'ਤੇ ਡਾਇਰੈਕਟਰ ਸੈਨਿਕ ਵੈਲਫੇਅਰ ਪੰਜਾਬ ਸੀਗਾ, ਬਾਕੀ ਜੰਗਾਂ ਲੜੀਆਂ ਨੇ, 71 ਦੀ ਜੰਗ ਖੁਦ ਲੜੀ ਹੈ ਕੈਪਟਨ ਮੇਜਰ ਦੇ ਤੌਰ 'ਤੇ। ਅਤੇ ਮੇਰੇ ਕੋਲ ਕਿਤੇ ਵੀ ਕਾਰਗਿਲ ਰਿਵਿਊ ਕਮੇਟੀ ਜਿਹੜੀ ਬੈਠੀ ਸੀ, ਉਹਨਾਂ ਨੇ ਕਿਤੇ ਨਹੀਂ ਕਿਹਾ ਕਿ ਸਿੱਖ ਸੋਲਜਰ ਜਿਹੜੇ ਨੇ ਉਹਨਾਂ ਦੀਆਂ ਕੈਜੂਲਟੀਜ਼ ਇਸ ਕਰਕੇ ਹੋਈਆਂ ਨੇ ਕਿ ਉਹ ਸਿਰ 'ਤੇ ਗੋਲੀਆਂ ਲੱਗੀਆਂ ਜਾਂ ਉਹਨਾਂ ਦੀ ਜਿਸ ਤਰੀਕੇ ਨਾਲ ਵੀ ਉਹ ਸੱਟਾਂ ਲੱਗੀਆਂ। ਮੈਂ ਸਮਝਦਾ ਹਾਂ ਕਿ ਮੇਰਾ ਆਪਣਾ ਦੇਖਿਆ ਜੰਗਲ ਸ਼ਹੀਦ ਹੋਏ ਸਾਡੇ, ਗੋਲੀਆਂ ਲੱਗੀਆਂ। ਮੈਂ ਕਹਿੰਦਾ ਕੋਈ ਮੈਨੂੰ ਇਹੋ ਜਿਹਾ ਕੇਸ ਨਹੀਂ ਮਿਲਿਆ ਆਪਣੇ ਜੋ ਦੇਖਣ ਨੂੰ ਕਿ ਜਿਹਦੇ ਸਿਰ 'ਤੇ ਗੋਲੀ ਲੱਗਣ ਕਰਕੇ ਉਹ ਸ਼ਹੀਦ ਹੋਇਆ ਹੋਏ। ਕੁਰਬਾਨ ਬਾਲ ਛਾਤੀ 'ਤੇ ਲੱਗਦੀਆਂ ਰਹੀਆਂ ਨੇ। ਯੈਸ, ਔਰ ਸਿੱਖ ਫੌਜਾਂ ਨੇ ਤਾਂ ਕਮਾਲ ਬ੍ਰਿਟਿਸ਼ ਟਾਈਮ ਤੋਂ ਲੈ ਕੇ ਉਦੋਂ ਵੀ ਥੋੜ੍ਹੀ ਹੱਲਾ ਗੱਲਾ ਹੋਇਆ ਸੀ, ਮਗਰ ਉਹ ਬ੍ਰਿਟਿਸ਼ਰਸ ਦੇ ਖੁਦ ਪੱਗਾਂ ਪਾ ਕੇ ਕਮਾਂਡ ਕਰਦੇ ਰਹੇ ਨੇ।
ਜਿਹੜੇ ਕਮਾਂਡਰ ਸੀਗੇ ਉਹ ਸੀਗੇ। ਔਰ ਦੇਖੋ ਅभी ਵੀ ਹਾਲੇ ਬਾਹਰ ਫਾਰਨ ਫੋਰਸਸ ਜਿਹਨੇ ਉਹ ਤੇ ਸਿੱਖ ਰੈਜੀਮੈਂਟ ਜਿਹੜੀ ਖੜੀਆਂ ਕਰ ਰਹੇ ਨੇ ਉਹਦੇ ਵਿੱਚ ਕਮਾਂਡਰ ਤੇ ਉਹੀ ਨੇ ਬਹੁਤ ਸਾਰੇ। ਕੀ ਫੌਜ ਦੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਰਿਹਾ ਇਤਿਹਾਸ ਦੇ ਵਿੱਚ ਕਿ ਕੋਈ ਨਾਨ ਸਿੱਖ ਉਹ ਵੀ ਦਸਤਾਰ ਦੇ ਨਾਲ ਜੰਗਾਂ ਦੇ ਵਿੱਚ ਸ਼ਮੂਲੀਅਤ ਕਰਦਾ ਰਿਹਾ? ਬਿਲਕੁਲ ਉਹ ਇਸ ਤਰ੍ਹਾਂ ਹੈ। ਹੁਣ ਸਿੱਖ ਰੈਜੀਮੈਂਟ ਜ਼ਰੂਰੀ ਥੋੜਾ ਕਿ ਸਿੱਖ ਰੈਜੀਮੈਂਟ ਸਿੱਖ ਅਫਸਰ ਹੀ ਕਰੇਗਾ, ਨੋ। ਸਿੱਖ ਲਾਈ ਹੈਗੀ ਹੈ, ਹੋਰ ਸਿੱਖ ਪੰਜਾਬ ਰੈਜੀਮੈਂਟ ਹੈ ਉਹ 'ਚ ਕਈ ਮਿਕਸ ਵੀ ਨੇ, ਪੰਜਾਬੀ ਨੇ, ਦੂਜੇ ਵੀ ਨੇ, ਮਗਰ ਜਿਹੜਾ ਕਮਾਂਡਿੰਗ ਆਫਿਸਰ ਹੈ ਜਾਂ ਬਾਕੀ ਅਫਸਰ ਨੇ ਉਹ ਕਿਸੇ ਵੀ ਕਾਸਟ ਨਾਲ, ਸਾਡੇ ਕੋਈ ਕਾਸਟ ਬੇਸ ਨਹੀਂ ਹੈਗੀ ਫੌਜ ਹੈ। ਇਹ ਜਿਹੜੀ ਹੈ ਉਹ ਜਵਾਨਾਂ ਦੀ ਭਰਤੀ ਦਾ ਅਲੱਗ ਚੀਜ਼ ਹੈ, ਉਹ ਹੈਗੀ ਇੱਕ ਏਰੀਆ ਵੀ ਕਲਾਸ ਬੇਸਡ ਆਲ ਇੰਡੀਆ ਰਿਕਰੂਟੇਬਲ ਮੇਲ ਪਾਪੂਲੇਸ਼ਨ। ਪਰ ਅਫਸਰ ਤੇ ਆਲ ਇੰਡੀਆ ਸਾਰੇ ਕੰਪੀਟੀਸ਼ਨ ਤੌਰ ਤੇ ਹੁੰਦੇ ਨੇ, ਕੋਈ ਵੀ ਕਮਾਂਡ ਕਰ ਸਕਦਾ। ਤੇ ਉਹ ਪਾਉਂਦੇ ਨੇ ਪਗੜੀ ਪਾ ਕੇ, ਮੋਟੀ ਤੋਂ ਮੋਟੀ ਪਗੜੀ ਕਹਿੰਦੇ ਨੇ ਬੰਨ੍ਹ ਕੇ। ਤੇ ਉਹ ਅਸੀਂ ਜਦੋਂ ਐਕਸਰਸਾਈਜ਼ ਕਰਦੇ ਹਾਂ, ਮੈਂ ਐਜ਼ ਏ ਕਮਾਂਡਿੰਗ ਆਫਿਸਰ ਦੇਖਿਆ, ਜਾਂ ਮੈਂ ਐਜ਼ ਏ ਐਜੂਟੈਂਟ ਕੈਪਟਨ ਦੇਖਿਆ, ਮੇਰੇ ਸੀਓ ਜਿਹੜੇ ਸੀਗੇ ਉਹਨਾਂ ਨੂੰ ਪਗੜੀ ਅਸੀਂ ਬੰਨ੍ਹ ਕੇ ਦਿੰਦੇ ਸੀ, ਕਹਿੰਦੇ ਮੋਟੀ ਪਗੜੀ ਬੰਨ੍ਹ ਕੇ ਦਿਓ। ਐਕਸਰਸਾਈਜ਼ ਦੇ ਵਿੱਚ ਹੀ ਪ੍ਰੈਕਟਿਸ ਕਰਨੀ, ਔਰ ਲੜਾਈ ਦੇ ਵਿੱਚ ਉਹ ਪਗੜੀਆਂ ਪਾ ਕੇ ਤੇ ਫਿਰ ਜਾ ਕੇ ਟਰੂਪਸ ਕਮਾਂਡ ਕਰਦੇ ਸੀ। ਔਰ ਲੜਾਈ ਦੇ ਵਿੱਚ ਤੇ ਖਾਸ ਤੌਰ 'ਤੇ ਪ੍ਰੈਕਟਿਸ ਜਦੋਂ ਕਿ ਐਕਸਰਸਾਈਜ਼ ਵੀ ਹੁੰਦੀਆਂ ਨੇ, ਤੇ ਪਗੜੀ ਦੇ ਉੱਤੇ ਇੱਕ ਕਿਸਮ ਦਾ ਨੈਟ ਹੁੰਦਾ ਤਾਂ ਕਿ ਕੈਮਫਲਾਜ ਹੋ ਸਕੇ, ਕੋਈ ਪਹਿਚਾਣ ਨਾ ਹੋ ਸਕੇ, ਉਹ ਵੀ ਪਾਉਂਦੇ ਨੇ ਸਾਰੇ ਹੀ ਅਫਸਰ। ਬ੍ਰਿਟਿਸ਼ਰਸ ਪਾਉਂਦੇ ਰਹੇ, ਆਪਣੇ ਪਾਉਂਦੇ ਨੇ, ਹੁਣ ਤੱਕ ਪਾਉਂਦੇ ਨੇ, ਤੇ ਉਹ ਪਾਉਂਦੇ ਨੇ। ਹਾਂ ਦੇਖੋ, ਲੋੜ ਨਾਨ ਸਿੱਖ ਯੂਨਿਟ ਵਾਸਤੇ ਜਿਹੜੀਆਂ ਨੇ ਜਿਨ੍ਹਾਂ ਦੇ ਕੋਈ ਮੋਡੀਫਿਕੇਸ਼ਨ ਜ਼ਰੂਰਤ ਸੀ ਹੈਲਮਟ ਦੀ, ਜਿੱਥੇ ਕੋਈ ਕਮੀਆਂ ਪੇਸ਼ੀਆਂ ਨੇ, ਸੰਚਾਰ ਸਾਧਨ ਵੱਧ ਗਏ, ਬੜਾ ਕਮਿਊਨੀਕੇਸ਼ਨ ਹੋ ਗਿਆ, ਹੋਰ ਕੋਈ ਬੁਲਟ ਪ੍ਰੂਫ ਚਾਹੀਦਾ ਜੀ, ਉਹ ਠੀਕ ਹੈ, ਉਹਨਾਂ ਵਾਸਤੇ ਠੀਕ ਹੈ। ਜਾਂ ਕੋਈ ਟੈਕਨੀਕਲ ਇਹੋ ਜਿਹੀਆਂ ਗੱਲਾਂ ਜਿੱਦਾਂ ਕਿ ਆਰਮਡ ਕੋਡ 'ਚ ਕੁਛ ਇੱਕ ਇਹੋ ਜਿਹੀ ਜਿੱਥੇ ਕਿ ਸੁਣੀ ਕਰਦੇ, ਤੇ ਪਰ ਉਹ ਕਮਾਂਡਰ ਵਾਸਤੇ ਆ। ਦੇਖੋ ਇੱਕ ਸੋਲਜਰ ਨੇ ਤੇ ਜਦੋਂ ਉਹਨੂੰ ਹੁਕਮ ਮਿਲ ਗਿਆ ਭਾਈ ਉੱਥੇ ਫਤਿਹ ਬੁਲਾਣੀ ਹੈ, ਜਨਕਾਰਾ ਬੋਲਣਾ, ਦੇਸ਼ ਸੇਵਾ वर मोहि है शुभ कर्म ते कबू ना डरो और सो जब लाए जाए लड़ो, निश्चय कर अपनी जीत करो। ਇਹ ਤੋਂ ਬਾਰ-ਬਾਰ ਜਦੋਂ ਜਨਰਲ ਹਰਬਖਸ਼ ਸਿੰਘ ਕਰਨਲ ਆਫ ਦੀ ਰੈਜੀਮੈਂਟ ਸੀ, ਸਿੱਖ ਰੈਜੀਮੈਂਟ, ਉਹਨਾਂ ਨੇ ਕਿਹਾ ਕਿ ਜੋ ਕਸਮ ਪਰੇਡ ਹੁੰਦੀ ਹੈ ਇੱਕ ਜਵਾਨ ਦੀ ਉੱਥੇ ਸੈਂਟਰ ਦੇ ਵਿੱਚ, ਉਦੋਂ ਬਾਅਦ ਇਹ ਵੀ ਸ਼ਬਦ ਪੜੇਗਾ, ਇਹ ਵੀ ਕਿਸਮ ਦੀ ਕਸਮ ਹੋਏਗੀ। ਇਸ ਵਾਸਤੇ ਜਵਾਨ ਦੇ ਕੋਲ ਤੇ ਉਹਨੇ ਤੇ ਕਮਾਂਡਰ ਦਾ ਹੁਕਮ ਮਿਲ ਕੇ ਤੇ ਉਹ ਤਿਆਰੀ ਕਰਕੇ ਆਇਆ। ਉੱਥੇ ਤੇ ਪ੍ਰਵਾਹ, ਉੱਥੇ ਮਾਈਨ ਫੀਲਡਾਂ ਲੱਗੀਆਂ ਹੁੰਦੀਆਂ ਸਾਡੀਆਂ, ਜਦ ਦੁਸ਼ਮਣ ਨੇ ਲਾਈਆਂ ਅਸੀਂ ਵੀ ਲਾਉਂਦੇ ਹਾਂ, ਤੇ ਉਹਦੀ ਪ੍ਰਵਾਹ ਨਾ ਕਰਦੇ ਉਹਨਾਂ ਤੇ ਚੜ੍ਹ ਜਾਣਾ ਉੱਤੇ, ਫਾਰਮਿੰਗ ਆ ਪਲੇਸ ਕਹਿੰਦੇ ਨੇ। ਉਹ ਤੋਂ ਬਾਅਦ ਜਦੋਂ ਇੱਕ ਸੋਲਜਰ ਲੜਦਿਆਂ ਹੋਇਆ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਮੇਰੀ ਜਾਨ ਨੂੰ ਖਤਰਾ ਹੈ ਕਿ ਨਹੀਂ, ਤਾਂ ਫਿਰ ਜਦੋਂ ਇਸ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਨੇ ਤੇ ਇੱਕ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਡਿਫੈਂਸ ਦੇ ਵਿੱਚ ਸੁਰੱਖਿਆ ਵੀ ਜਵਾਨ ਦੀ ਕਿਤੇ ਨਾ ਕਿਤੇ ਮੈਟਰ ਕਰਦੀ ਹੈ, ਉਸ ਦੇ ਵਿੱਚੋਂ ਲਿਆ ਗਿਆ ਫੈਸਲਾ ਹੈ। ਹਾਂ, ਸੁਰੱਖਿਆ ਜਿਹੜੀ ਮੈਟਰ ਕਰਦੀ ਹੈ, ਸੰਚਾਰ ਸਾਧਨ 'ਚ ਅੱਛੇ ਹੋਣ ਤਾਂ ਕਿ ਸਾਨੂੰ ਇੰਟੈਲੀਜੈਂਸ ਆਊਟਪੁੱਟ ਪਹਿਲੋਂ ਚੰਗੀ ਮਿਲੇ, ਇਨਪੁੱਟ ਮਿਲੇ, ਕਿ ਸਾਡੇ ਗਲਵਾਨ ਘਾਟੀ 'ਚ ਪੈਂਗਾਂਗ ਸੋ ਲੈ ਕੇ ਉੱਥੇ ਆ ਬੈਠੇ ਨੂੰ, ਉਹ ਤੇ ਪਤਾ ਲੱਗਿਆ ਸਾਨੂੰ ਬਾਅਦ 'ਚ। ਇਹ ਮੈਟਰ ਕਰਦਾ, ਸਾਨੂੰ ਮੈਟਰ ਕਰਦਾ। ਕਾਰਗਿਲ ਦੇ ਟਾਈਮ 'ਤੇ ਪਾਕਿਸਤਾਨੀ ਆ ਕੇ ਸਾਡੀ ਖਾਲੀ ਪਈਆਂ ਪੋਸਟ 'ਤੇ ਬੈਠ, ਤੇ ਉਹ ਆ ਕੇ ਬੈਠ ਗਏ, ਉਹਨੂੰ ਕੱਢਣਾ ਪਿਆ। ਉਹ ਇੰਟੈਲੀਜੈਂਸ ਲੋੜ ਤਾਂ ਇਸ ਗੱਲ ਦੀ ਹੈ, ਜਿਹੜੀ ਚੀਜ਼ ਕਰਦੀ ਹੈ ਕਿ ਸਾਡੀਆਂ ਫੋਰਸਿਸ ਨੂੰ ਜਦੋਂ ਕਿ ਤੁਸੀਂ ਹਾਈ ਅਲਟੀਟਿਊਡ ਭੇਜ ਦਿਓ, ਸੈਚਨ ਵਰਗੇ ਇਲਾਕਿਆਂ 'ਚ ਭੇਜ ਦਿਓ, ਕੀ ਤੁਸੀਂ ਉਹਨਾਂ ਦਾ ਬੰਦੋਬਸਤ ਕੀਤਾ ਠੀਕ? ਇਹ ਉਹਨਾਂ ਇਕੁਇਪਮੈਂਟ ਹੈਗਾ? ਕੀ ਉਹਨਾਂ ਦੇ ਕੋਲ ਕਲੋਥਿੰਗ ਅੱਛੇ ਹੈਗੇ ਨੇ? ਕੀ ਉਹਨਾਂ ਦੇ ਮੈਡੀਕਲ ਫੈਸਿਲਿਟੀਜ਼ ਹੈਗੀਆਂ ਨੇ? ਜਾਰਜ ਫਰਨਾਂਡਸ ਸੀਗਾ ਡਿਫੈਂਸ ਮਿਨਿਸਟਰ, ਮੈਂ ਉਸ ਵੇਲੇ ਡਾਇਰੈਕਟਰ ਸੈਨਿਕ ਵੈਲਫੇਅਰ ਸੀ, ਉਹਨਾਂ ਨਾਲ ਬਾਅਦ 'ਚੋਂ ਮਿਲਦਾ ਜਾਂ ਮੀਟਿੰਗ ਵੀ ਕਰਤੀਆਂ। ਦੂਸਰਾ ਵਿਸ਼ਾ ਹੈਗਾ ਜਿਹੜਾ ਕਿ ਪਾਲਿਸੀ ਬਾਰੇ ਸੀ, ਉਹਨਾਂ ਜਾ ਕੇ ਜਦੋਂ ਦੇਖਿਆ, ਉਹਨਾਂ ਨੇ ਇੰਟਰੋਡਿਊਸ ਕੀਤੀਆਂ ਬਹੁਤ ਸਾਰੀ ਚੀਜ਼ਾਂ। ਸਨੋ ਸਕੂਟਰ ਨਹੀਂ ਸੀ ਮਿਲਦਾ, ਉਹਨਾਂ ਨੇ ਕਿਹਾ ਅੱਛਾ, ਵਾਪਸ ਆਏ ਡਿਫੈਂਸ ਮਿਨਿਸਟਰ, ਉਹ ਗਰਾਊਂਡ ਲੈਵਲ ਸੋਲਜਰ ਸੀਗਾ, ਸੋਲਜਰ ਕਹਿੰਦਾ ਮੈਂ ਇਹਨੂੰ, ਠੀਕ ਹੈ, ਨੇਤਾ ਉਹ ਬੇਸ਼ੱਕ ਉਹ ਕਿਸੇ ਵੀ ਪਾਰਟੀ ਕਿਸੇ ਵੀ ਤਰ੍ਹਾਂ ਸੀ, ਪਰ ਗਰਾਊਂਡ ਲੈਵਲ ਸੀ। ਜਦੋਂ ਉਹਨੇ ਦੇਖਿਆ ਕਿ ਆ ਕੇ ਤੁਸੀਂ ਗੱਲ ਕੀਤੀ, ਉਸ ਇਕੁਇਪਮੈਂਟ ਸਭ ਕੁਝ, ਉਹ ਸਕੂਟਰ, ਸਨੋ ਸਕੂਟਰ ਦੀ ਫਾਈਲ ਦੱਬੀ ਪਈ ਸੀ ਤੇ ਦਿੱਲੀ, ਉਹਨੇ ਕਿਹਾ ਸੀ ਚਲੋ IAS ਅਫਸਰ ਚਲੋ ਉੱਥੇ ਇਹਨਾਂ ਨੂੰ ਚੜਾਓ, ਉੱਥੇ ਸਿਆਚਲ ਪਹੁੰਚਣ ਨੂੰ ਪਤਾ ਲੱਗੇ। ਫਿਰ ਕੋਈ ਬਿਮਾਰ ਹੋ ਗਿਆ, ਕੋਈ ਹਸਪਤਾਲ ਚਲਾ ਗਿਆ, ਕੋਈ ਛੁੱਟੀ ਚਲਾ ਗਿਆ, ਉਹਨਾਂ ਦੇ ਪੈਰੀ ਪੈ ਗਏ, ਬਚਾਓ ਮਾਲ ਕਿਉਂ? ਉਹ ਫਿਰ ਉਸ ਵੇਲੇ ਸਾਰੀ ਫਾਈਲ ਵੀ ਮਿਲ ਗਈ। ਉਸ ਤੋਂ ਬਾਅਦ ਪ੍ਰੋਗਰੈਸ ਹੋਈ ਹੈ, ਹੁਣ ਵੀ ਹੋਈ ਹੈ ਲਗਾਤਾਰ। ਕਿਉਂ? ਕਿਉਂਕਿ ਉੱਥੇ ਲੋੜ ਹੈਗੀ ਹੈ, ਲੋੜ ਹੈਗੀ ਹੈ ਸੰਚਾਰ ਸਾਧਨ ਦੀ, ਲੋੜ ਹੈਗੀ ਹੈ ਚੰਗੇ ਕੱਪੜੇ, ਕਲੋਥਿੰਗ ਦੀ। ਹਾਈ ਐਲਟੀਟਿਊਡ ਵਾਸਤੇ ਅਲੱਗ ਕਲੋਥਿੰਗ ਚਾਹੀਦੇ ਨੇ, ਤੇਲ ਵੇਲ ਸਭ ਕੁਝ ਚਾਹੀਦਾ, ਇਸ ਵਾਸਤੇ ਲੋੜ हैगी है। सेफ्टी सिक्योरिटी इज़ वेरी इंपॉर्टेंट। हमारा एक एक जानी नुकसान बहुत ही, इतनी ट्रेनिंग, इतना पैसा लगा होता है ट्रेनिंग और इतना तजर्बा है, तो हम नहीं चाहते कोई नुकसान हो। मगर दुश्मन को जैसे कि अभी क्योंकि हमारी कमज़ोरी थी, मैं नहीं कह रहा, ये तो कारगिल रिव्यू कमेटी च भी आया,
ਬਾਕੀ ਗਲਵਾਨ ਘਾਟੀ ਦੇਖਿਆ ਕਿ ਆ ਕੇ ਬੈਠਿਆ ਪਤਾ ਬਾਹਰ ਚੱਲਿਆ। ਮਗਰ ਸਾਡੇ ਪਾਸ ਕਿਸੇ ਪਾਸ ਵੀ ਉਹ ਪਾਕਿਸਤਾਨ ਨਾਲ ਟ੍ਰੀਟੀ ਸੀਗੀ ਕਿ ਹਥਿਆਰ ਨਹੀਂ ਲਿਜਾਏ ਜਾਣਗੇ ਪੈਟਰੋਲਿੰਗ ਵਾਸਤੇ ਵੀ, ਮਗਰ ਉਹਨਾਂ ਦੇ ਡੰਡੇ ਖੋਲ ਕੇ ਤੇ ਉਹਨਾਂ ਨੂੰ ਮਾਰਿਆ। ਜੇ ਪੰਜ ਤੇ ਆਪਣੇ ਸੀ ਸ਼ਹੀਦ ਹੋਏ ਪੰਜਾਬ ਦੇ। ਤੇ ਉਹ ਮੈਂ ਇਹ ਗੱਲ ਕਹਿਣਾ ਕਿ ਸਾਡੀ ਤਿਆਰੀ बड़ी ज़रूरत है, सेफ्टी बड़ी ज़रूरी है, सिक्योरिटी बहुत ज़रूरी है, ताकि कोई इधर उधर से आके जैसे कि हमारा जिन्होंने CI ऑप्स कहते हैं, जैसे कि लुकवी जंग है, सेफ्टी सिक्योरिटी जरूरी है। जो रजौरी विखे होया है ये सिविल की सिक्योरिटी जरूरी है, पुलिस की जरूरी है। उतों दिता किदा आके दिन ते दिहाड़े आके मार के चले गए कि कोई दूसरी कमेंट ने, क्योंकि हिंदू सन वो, क्योंकि उन्होंने की कसूर सीगा, उन्होंने बड़े लभ नहीं सके। ਲੱਭਣ ਵਾਸਤੇ ਠੀਕ ਹੈ ਫੌਜ ਦੇ ਨਾਲ ਤੁਹਾਡੇ ਜਦੋਂ ਅਖੀਰ ਤੇ ਸਾਰੇ ਹਥਿਆਰ ਛੁੱਟ ਦੇਣ ਫਿਰ ਫੌਜ ਨੂੰ ਬੁਲਾਇਆ ਜਾਂਦਾ, ਪਰ ਉੱਥੇ ਪੁਲਿਸ ਕੀ ਕਰਦੀ ਹੈ, ਕਿੱਥੇ ਛੁਪ ਗਏ? ਇਹ ਠਿਕਾਣੇ ਦਾ ਕੀ ਉੱਥੋਂ ਦੀ ਲੋਕਲ ਪੁਲਿਸ ਨਹੀਂ ਪਤਾ? ਇਹ ਸੇਫਟੀ ਸਿਕਿਉਰਿਟੀ ਜ਼ਰੂਰਤੀ ਹੈ। ਤੁਸੀਂ ਬੜੀਆਂ ਅਹਿਮ ਗੱਲਾਂ ਕਰ ਰਹੇ ਹੋ ਕਿ ਜਿੱਥੇ ਲੋੜ ਹੈ ਸਿਕਿਉਰਿਟੀ ਦੀ, ਸੇਫਟੀ ਦੀ, ਉੱਥੇ ਦਾ ਧਿਆਨ ਨਹੀਂ ਦਿੱਤਾ ਜਾਂਦਾ, ਨੁਕਸਾਨ ਕਰਾ ਬੈਂਦੇ ਆ ਤੇ ਇਸ ਤਰ੍ਹਾਂ ਦੇ ਫੈਸਲੇ ਲੈ ਜਾਂਦੇ ਨੇ। ਇਹ ਫੈਸਲੇ ਕਿਹੜੀ ਨਜ਼ਰ ਚੋਂ, ਕਿਸ ਸੋਚ ਕੇ ਲਏ ਗਏ ਨੇ? ਤੁਹਾਨੂੰ ਇਸ ਦਾ ਪਿਛਲਾ ਏਜੰਡਾ ਕੀ ਨਜ਼ਰ ਆਉਂਦਾ? ਦੇਖੋ ਕੋਈ ਇਹਦੇ ਪਿੱਛੇ ਮੈਂ ਸਮਝਾਂ ਕੋਈ ਛੁਪਿਆ ਹੋਇਆ ਏਜੰਡਾ ਜਿਹਦੇ ਬਾਰੇ ਮੈਂ ਇਹਦੇ 'ਚ ਅਭੀ ਨਹੀਂ ਜਾਣਾ ਚਾਹੁੰਦਾ, ਪਰ ਇਹਦੇ ਪਿੱਛੇ ਛੁਪਿਆ ਰਾਜ ਜ਼ਰੂਰ ਹੈ ਕੋਈ। ਕਿਉਂਕਿ ਇੱਕ ਚੀਜ਼ ਹੁੰਦੀ ਹੈ ਉਹਦੀ ਨੈਸੈਸਿਟੀ ਇਜ਼ ਐਸਟੈਬਲਿਸ਼। ਜੇ ਆਜ਼ਾਦੀ ਤੋਂ ਬਾਅਦ ਭਾਖੜਾ ਡੈਮ ਬਣਿਆ ਕਿਉਂ ਬਣਿਆ? ਕਿ ਲੋੜ ਸੀਗੀ, ਪਾਣੀਆਂ ਦੀ, ਨਹਿਰਾਂ ਦੀ ਲੋੜ ਸੀਗੀ, ਤੇ ਕੀ ਐਸਟੈਬਲਿਸ਼ ਹੋਇਆ ਕਿਤੇ? ਇਹਦੀ ਜ਼ਰੂਰਤ ਕਿਉਂ ਹੈ? ਹਾਂ ਦੇਖੋ ਹੁਣ ਜਿਸ ਤਰ੍ਹਾਂ ਕਿ ਮਾਫ ਕਰਨਾ ਕਈ ਵਾਰੀ ਲੈਸ ਪਾਕਿਸਤਾਨ ਨੂੰ ਅੰਦਰ ਹੀ ਕੋਈ ਅਸੀਂ ਭੇਜਣੇ ਨੇ, ਕੋਈ ਆਪਣਾ ਦੇਖੋ ਭਾਵੇਂ ਰਾਹ ਹੋਏ ਜਾਂ ਕੋਈ ਏਜੰਸੀ ਹੋਏ, ਕੋਈ ਆਪਣਾ ਅਸੀਂ ਖਬਰ ਸ਼ਬਰ ਲੈਣ ਵਾਸਤੇ ਕੋਈ ਐਕਸ਼ਨ ਵਾਸਤੇ ਭੇਜਣਾ, ਤੇ ਫਿਰ ਭਾਵੇਂ ਤੁਹਾਡੀ ਇੱਦਾਂ ਕਰ ਕੇ ਤੇ ਫਿਰ ਭਾਵੇਂ ਕੁਛ ਕਰਕੇ ਤੇ ਉਹ ਚਲੇ ਜਾਣ। ਉਹ ਤੇ ਬੰਗਲਾਦੇਸ਼ 'ਚ ਵੀ ਹੋਇਆ। ਮਗਰ ਤੁਸੀਂ ਲੜਾਈ ਇਹ ਗੱਲ ਵੱਖਰੀ ਸੀ, ਜਿਹੜਾ ਕਿ ਲੁੱਕ ਛੁਪ ਕੇ ਜਾਂਗੇ ਜਿਹਨੂੰ ਪ੍ਰੋਕਸੀ ਵਾਰ ਕਹਿੰਦੇ ਨੇ, ਉਹ ਵੱਖਰੀ ਗੱਲ। ਪਰ ਲੜਾਈ ਦੇ ਮੈਦਾਨ ਦੇ ਵਿੱਚ ਜਦੋਂ ਤੁਸੀਂ ਕੀ ਹੋ ਰਿਹਾ ਯੂਕਰੇਨ, ਰਸ਼ੀਆ ਯੂਕਰੇਨ 'ਚ, ਜਵਾਨ ਉੱਥੇ ਅਤੇ ਜਵਾਨ ਦੀ ਸਿਕਿਉਰਿਟੀ ਸੇਫਟੀ ਜ਼ਰੂਰੀ ਹੈ। ਉੱਥੇ ਸ਼ਹੀਦ ਹੋ ਰਹੇ ਨੇ, ਮਾਰੇ ਜਾ ਰਹੇ ਨੇ, ਤੇ ਉੱਥੇ ਕੌਣ ਕਿੱਥੇ ਕਿਹੜਾ ਸਟੀਲ ਹੈਲਮਟ ਬਚਾ ਸਕਦਾ? ਸਟੀਲ ਹੈਲਮਟ ਠੀਕ ਹੈ, प्रोटेक्शन ज़रूरी है, वो कोई प्रोटेक्शन अच्छे क्लोथिंग दी है, प्रोटेक्शन के हमारे अच्छे हाज सामान, जो तोप चलाई, टैंक चलाया, हमारे सेंचुरियन टैंक पुराने सीगे, मगर हमारे जवान बहादुर सीगे जिन्होंने कि उत्थे दुश्मन के पैटर्न टैंक के छक्के छुड़ाते, मार मार के उन्होंने पैटर्न नगर बनाता। तो उस वेले ये जड़ा जवान है ਉਹ ਪੁਰਾਣੀ ਹਥਿਆਰ ਦੇ ਪਿੱਛੇ ਵੀ ਖਲੋਤਾ ਹੋਇਆ ਜੋਗਿੰਦਰ ਸਿੰਘ ਸੂਬੇਦਾਰ, ਜਿਹਨੂੰ ਕਿ ਪਰਮਵੀਰ ਚੱਕਰਾਂ ਵਿੱਚ ਸੰਬੰਧ ਉੱਥੇ ਕੀਤਾ ਗਿਆ, ਜਦ ਕਿ ਸਾਡੇ ਕੋਲ ਬਾੜ ਦੀ ਜੰਗ ਕੀ ਹਾਲ ਸਾਰਿਆਂ ਨੂੰ ਪਤਾ। ਤੇ ਕਿਉਂ? ਕਿਉਂਕਿ ਦੇਸ਼ ਪ੍ਰਤੀ ਜਜ਼ਬਾ, ਇਹ ਕਸਮ ਖਾਂਦੇ ਹਾਂ ਅਸੀਂ, ਦੇਸ਼ ਦੀ ਸੁਰੱਖਿਆ, ਦੇਸ਼ ਦੀ ਹਿਫਾਜ਼ਤ, ਦੇਸ਼ ਪਹਿਲੇ ਨੰਬਰ 'ਤੇ ਹੈ, ਫਿਰ ਸਾਡੇ ਥੱਲੇ ਵਾਲੇ ਆਉਂਦੇ ਨੇ ਤੇ ਫਿਰ ਆਪਣੇ ਹੁੰਦੀ ਹੈ ਰੱਖਿਆ। ਤੇ ਇਹ ਸਭ ਤੋਂ ਵੱਡੀ ਤੇ ਜਿਹੜੀ ਕੋਈ ਦੇਸ਼ ਦੀ ਦੇਖੋ ਉਹਦੀ ਸੁਰੱਖਿਆ ਦੀ ਗੱਲ ਕਰਦੇ ਨੇ, ਦੇਸ਼ ਦੀ ਜਿਹੜੀ, ਤਾਂ ਕਿ ਅਖੰਡਤਾ ਅਖੰਡਤਾ ਕਾਇਮ ਰਹੇ, ਇੰਟੈਗਰਿਟੀ, ਤੇ ਇਹ ਸਾਰੀਆਂ ਚੀਜ਼ਾਂ ਫੌਜ ਹੀ ਕਰ ਰਹੀ ਹੈ, ਤੇ ਉਹਨਾਂ ਦੀ ਹਿਫਾਜ਼ਤ ਹੋਣੀ ਜ਼ਰੂਰੀ ਚਾਹੀਏ। ਇਹ ਤੇ ਦੇਖੋ ਫੌਜ ਨੂੰ ਤੇ ਇਗਨੋਰ ਕਰਦੇ। ਦੇਖੋ ਇਹਨਾਂ ਨੇ ਹੁਣ ਜਿਹੜਾ ਅਗਨੀਪਥ ਅਗਨੀ ਸ਼ੁਰੂ ਕੀਤੀ, ਉਹਦੇ ਆਪਣੇ ਪ੍ਰੀਕਾਸ਼ਨ ਨੇ। ਫੌਜ ਦੇ ਜਿਹੜੇ ਜਵਾਨ ਸ਼ਹੀਦ ਜਾਂ ਸ਼ਹੀਦਾਂ ਦੇ ਪਰਿਵਾਰ ਜਾਂ ਫੌਜੀ ਜਿਹੜੇ ਰਿਟਾਇਰ ਵੀ ਹੋਏ, ਉਹ ਇਹੋ ਜਿਹੇ ਫੈਸਲੇ ਲੈਂਦੇ, ਇੱਕ ਰੈਂਕ ਇੱਕ ਪੈਨਸ਼ਨ ਦੇ ਹਾਲੇ ਤੱਕ ਇਹਨਾਂ ਦੇ ਆਪਣਾ ਫੈਸਲਾ ਉਹਨੂੰ ਲਾਗੂ ਨਹੀਂ ਕਰ ਸਕੇ। 2015 ਦੀ ਇਹਦੀ ਆਪਣੀ ਨੋਟੀਫਿਕੇਸ਼ਨ ਹੈ, ਉਹਨੂੰ ਹੁਣ ਤੱਕ ਲਾਗੂ 3-3 ਮਹੀਨੇ ਐਕਸਟੈਂਸ਼ਨ ਮੰਗੀ ਜਾਂਦੇ। ਹੁਣ ਕਹਿੰਦੇ ਮਾਰਚ ਤੱਕ ਸੁਪਰੀਮ ਕੋਰਟ ਦੇ ਫੈਸਲੇ ਨੂੰ। ਆਪਣੀ ਗਵਰਨਮੈਂਟ ਆਫ ਇੰਡੀਆ ਦੀ ਨੋਟੀਫਿਕੇਸ਼ਨ ਹੈ 15 ਦੀ, ਉਹ ਸਾਨੂੰ ਪਤਾ ਕਿ ਉਸ ਵੇਲੇ ਕਿੱਦਾਂ ਇਹ ਕਰਕੇ ਜਿਹੜੇ ਸੰਘਰਸ਼ ਕੀਤਾ ਤੇ ਉਸ ਤੋਂ ਬਾਅਦ ਮਿਲਿਆ, ਤੇ ਇਹ ਮਿਲਿਆ ਤੇ ਲਾਗੂ ਕਰਨਾ ਤੇ ਹੁਣ ਇਹਨਾਂ ਸੀ ਨਾ, ਹੁਣ ਕਰੀ ਜਾਂਦੇ। ਮੇਰਾ ਮਤਲਬ ਕਹਿਣ ਤੋਂ ਮਤਲਬ ਕਿ ਸੇਫਟੀ ਸਿਕਿਉਰਿਟੀ ਬਹੁਤ ਜ਼ਰੂਰੀ ਹੈ, ਮਾਡਰਨਾਈਜੇਸ਼ਨ ਬਹੁਤ ਜ਼ਰੂਰੀ ਹੈ, ਪਰ ਫੈਸਲੇ ਜੋ ਹੈ ਅਨੁਚਿਤ ਫੈਸਲੇ ਨਹੀਂ ਲੈਣੇ ਚਾਹੀਦੇ। ਉਹਨੂੰ ਸਾਰੇ ਪਾਸਿਓਂ ਸਟੱਡੀ ਕਰੇ। ਭਾਵਨਾ ਇਹ ਧਾਰਮਿਕ ਭਾਵਨਾ ਨਾਲ ਜੁੜਿਆ, ਇਹ ਜਜ਼ਬਾਤਾਂ ਨਾਲ ਜੁੜਿਆ ਹੋਇਆ, ਇਹਦਾ ਪ੍ਰਭਾਵ ਤੇ ਫਿਰ ਪੈਂਦਾ ਹੀ। ਜਿਹੜੇ ਕਿ ਉਹਨਾਂ ਦੇ ਤੁਸੀਂ ਧਰਮ ਦੇ ਖਿਲਾਫ, ਇਹ 84 'ਚ ਹੋਇਆ, ਜਿਹੜੇ ਧਰਮ ਦੇ ਖਿਲਾਫ ਬੋਲਦਾ ਉਹ ਬੜਾ ਕੁਛ ਹੋਇਆ ਉਹਦੇ। ਇਸ ਵਾਸਤੇ ਇਹਨਾਂ ਚੀਜ਼ਾਂ ਬਾਰੇ ਇਹ ਕੰਮ ਕਰਨ ਸੋਚਣਾ ਚਾਹੀਦਾ, ਕੰਮ ਐਕਸ਼ਨ ਲੈਣ ਤੋਂ ਪਹਿਲਾਂ। ਇੱਕ ਤਸਵੀਰ ਹੋਰ ਬੜੀ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤੀ ਜਾ ਰਹੀ ਹੈ, DS ਧਨੋਆ ਸਾਹਿਬ, ਉਹਨਾਂ ਦੀ ਤਸਵੀਰ ਕਿ ਇੱਕ ਖੜੇ ਨੇ ਔਰ ਉਹਨਾਂ ਦੀ ਹੈਲਮਟ ਵੀ ਉਹਨਾਂ ਦੇ ਹੱਥ ਦੇ ਵਿੱਚ ਨਜ਼ਰ ਆ ਰਿਹਾ, ਉਹ ਵੀ ਇੱਕ ਹਵਾਲਾ ਦਿੱਤਾ ਜਾ ਰਿਹਾ ਕਿ ਦੇਖੋ ਇਹ ਵੀ ਤਾਂ ਯੂਜ਼ ਕਰ ਹੀ ਰਹੇ ਨੇ। ਇਹ ਸਾਰਾ ਕੁਝ ਜਿਹੜਾ ਨਾ ਇਹ ਪੌੜਦੀ ਜਾ ਰਿਹਾ, ਜਿਹੜਾ ਗੋਦੀ ਮੀਡੀਆ ਨਾ ਤੁਹਾਡਾ,
ਉਹ ਪੌੜੇ 'ਚ ਚਾੜਿਆ ਸਾਰੀ। ਸਾਡਾ ਨਹੀਂ ਹੈ ਮੀਡੀਆ ਕੋਈ। ਮੈਂ ਕਹਿੰਦਾ ਜੋ ਸਾਡਾ ਹੀ ਸਹੀ ਸਾਰਿਆਂ ਦਾ। ਮੇਰਾ ਕਹਿਣ ਤੋਂ ਮਤਲਬ ਇਹ ਵੇ, ਦੇਖੋ ਇਹ ਸਮਝਦੇ ਨਹੀਂ ਹੈਗੇ ਕਿ ਇੱਕ ਫਲਾਇਰ ਵਾਸਤੇ, ਪਾਇਲਟ ਵਾਸਤੇ ਇਸ ਉਮਰ 'ਚ 에ਅਰ ਚੀਫ ਮਾਰਸ਼ਲ ਦੇ ਤੌਰ ਤੇ ਉਹਨਾਂ ਨੇ ਮਿਗ 21 ਉਹ ਉਡਾਇਆ। ਕੋਈ ਵੀ ਪਾਇਲਟ ਹੈ ਉਹਦੇ ਵਾਸਤੇ ਜ਼ਰੂਰੀ ਹੁੰਦਾ ਜਿਹੜਾ ਉਹਨੂੰ ਕਿ ਪੂਰੀ ਛੋਟੀ ਛੋਟੀ ਆਵਾਜ਼ ਸੁਣਾਈ ਦੇ, ਕਿਉਂਕਿ ਉਹ ਉਸ ਵੇਲੇ ਬੜੀ ਤੇਜ਼ੀ ਸਪੀਡ ਨਾਲ ਜਿਹੜੇ ਫਾਈਟਰ ਜਨ ਜਾਣਾ ਤੇ ਉਹਨੂੰ ਸਮਝਣਾ ਕੋਈ ਪ੍ਰੋਬਲਮ ਰੁਕਾਵਟ ਆਈ ਹੈ ਜਾਂ ਕੋਈ ਆਰਡਰ ਕੋਈ ਇੱਦਾਂ ਦਾ। ਉਹ ਤੇ ਗੱਲ ਹੀ ਹੋ ਰਿਹਾ। ਇੱਥੇ ਗੱਲ ਕਰਦੇ ਨੇ ਕਿ ਜਿਹੜੀਆਂ ਗਰਾਊਂਡ ਫੋਰਸ ਨੇ, ਜਿਹੜੀ ਕਿ ਇਨਫੈਂਟਰੀ ਪੈਦਲ ਫੌਜ, ਉੱਥੇ ਠੀਕ ਆ, ਉੱਥੇ ਕਰਕੇ ਉਦੋਂ ਬਾਅਦ ਲਾਹੁੰਦੇ ਨੇ। ਜੇ ਉਹਨੇ ਪਾਇਆ ਸੀ ਉਦੋਂ ਭੜਕਾ ਉੱਤੇ ਲਾ ਕੇ ਹੈਲਮਟ ਕੌਣ ਸੀਗਾ? ਉਹ ਦੂਸਰਾ ਹੈਲਮਟ ਇਹੋ ਜਿਹਾ ਨਹੀਂ, ਗੋਲੀ ਕਿੱਥੇ ਲੱਗਣੀ ਉਹਨੂੰ? ਗੋਲੀ ਤੇ ਹਵਾਈ ਜਹਾਜ਼ ਜਿਹੜਾ ਉਹ ਤੇ ਵੈਸੇ ਗਿਰ ਸਕਦਾ, ਉਹ ਕਰ ਸਕਦੇ ਆ, ਪਰ ਪਾਇਲਟ ਨੂੰ ਅੰਦਰ ਉਹਦੇ ਕੰਨ 'ਚ ਤੇ ਉਹਨੂੰ ਸੁਣਨ ਵਾਸਤੇ ਚਾਹੀਦਾ, ਉਹਨੂੰ ਐਕਸ਼ਨ ਵਾਸਤੇ ਚਾਹੀਦਾ, ਉਹਨੂੰ ਤੌਰ ਤੇ ਉੱਥੇ ਜ਼ਰੂਰੀ ਹੈ ਜ਼ਰੂਰੀ। ਮਗਰ ਇਨਫੈਂਟਰੀ ਸੋਲਜਰ ਨੂੰ ਕੋਈ ਜਿਹੜੇ ਜਿਹਨੇ ਕਿ ਉਸ ਕਮਾਂਡਰ ਦੇ ਹੁਕਮ ਮੰਨੇ ਨੇ, ਜਿਹੜਾ ਕਮਾਂਡਰ ਭਾਵੇਂ ਸਿੱਖ ਹੋਏ ਤੇ ਭਾਵੇਂ ਡੋਗਰਾ, ਕੋਈ ਹੋਏ ਪਲਟਨ, ਸਿੱਖ ਪਲਟਨ ਦਾ ਜਾਂ ਸਿੱਖ ਕਿਸੇ ਵੀ ਸਾਡੀ ਮਿਕਸ ਬਿਯੋਂਡ ਦਾ, ਉਹ ਕੀ ਆਰਡਰ ਦੇ ਰਿਹਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਆਰਮੀ ਕਮਾਂਡਰ ਦੇ ਕੀ ਆਰਡਰ ਨੇ। ਕੋਈ ਬਦਲੀ ਹੈ, ਐਦਾਂ ਨਹੀਂ ਹੁੰਦਾ ਕਿ ਬਦਲੀ ਕਰ ਦਿਓ ਆਰਡਰ ਆਖਰੀ ਟਾਈਮ। ਜਿਹੜਾ ਅਟੈਕ ਬਣ ਗਿਆ, ਤੁਹਾਡਾ ਖਿਆਲ ਹੈ ਹੁਣ ਜਿਹੜੀਆਂ ਇੱਥੇ ਰਸ਼ੀਆ ਤੇ ਯੂਕਰੇਨ ਦਾ ਹੋ ਰਿਹਾ ਹੈ, ਉਹ ਵਾਪਸ ਹੁਣ ਉਹ ਫੈਸਲਾ ਉੱਤੇ ਲੈ ਕੇ ਬਾਈ ਹੁਣ ਫੌਜਾਂ ਰੁਕ ਜਾਓ। ਤੇ ਨਹੀਂ ਤੇ ਜਵਾਨ ਨੇ ਤੇ ਥੋੜਾ ਉੱਥੇ ਹੈਲਮਟ ਲਾ ਕੇ ਤੇ ਕੀ ਲੜੇਗਾ? ਉਹਨੂੰ ਤੇ ਹਥਿਆਰ ਚਾਹੀਦਾ, ਉਹਨੂੰ ਬੋਲ ਚਾਹੀਦਾ ਗ੍ਰੇਨੇਡ ਸੁੱਟਣਾ, ਕਿੱਦਾਂ ਕਰੇਗਾ ਉਹ? ਜੇ ਇਹਨਾਂ ਦੇ ਭਾਰ ਤੁਸੀਂ ਉਹ ਤੇ ਦੂਜਿਆਂ ਵਾਸਤੇ ਠੀਕ ਹੈ ਜਿਹਨਾਂ ਦੇ, ਪਰ ਜਿਹਦੇ ਸਿਰ ਤੇ ਪਹਿਲਾਂ ਇਹ ਤਾਜ ਹੈ, ਸ਼ਾਨ ਹੈ, ਇਹ ਇੱਕ ਜਿਹੜੀ ਇਹ ਇੱਕ ਦਸਤਾਰ ਹੈ ਜਿਹੜੀ ਕਿ ਇੱਕ ਮੈਂ ਸਮਝਦਾ ਸਿੱਖ ਭਾਵਨਾਵਾਂ ਨਾਲ ਜੁੜੀ ਹੈ। ਇਹ ਉਹਦਾ ਇਹ ਪ੍ਰਚਾਰ ਕਰਨਾ ਬਿਲਕੁਲ ਗਲਤ ਹੈ, ਉਹਨੂੰ ਇਹਦੇ ਨਾਲ ਜੋੜਨਾ ਬਿਲਕੁਲ ਗਲਤ ਹੈ। ਧੰਨਵਾਦ ਦਾ ਇਹਨੂੰ ਐਕਸਪਲੋਇਟ ਕੀਤਾ ਜਾ ਰਿਹਾ ਇਹ ਦੱਸਣ ਵਾਸਤੇ ਕਿ ਇਹਦੀ ਕੋਈ ਲੋੜ ਨਹੀਂ ਹੈਗੀ, ਪਗੜੀ ਦੀ ਲੋੜ ਨਹੀਂ ਹੈਗੀ। ਇਹ ਮੈਂ ਸਮਝਦਾ ਕਿ ਬਹੁਤ ਗਲਤ ਕਿਸਮ ਦਾ ਪ੍ਰਚਾਰ ਹੈ। ਇਹ ਦੋਵੇਂ ਚੀਜ਼ਾਂ 'ਚ ਫਰਕ ਸਮਝਣਾ ਚਾਹੀਦਾ ਕੀ ਰਿਕੁਆਇਰਮੈਂਟ ਹੈ। ਇੱਥੇ ਜੇ LAC ਜਾਂ LOC ਪਾਰ ਕਰਨੀ ਜਾਣਾ ਹੈ ਤੇ ਉੱਥੇ ਤੇ ਉਹਨੇ ਆਪਣਾ ਰਸਤਾ ਦੇਖਣਾ, ਆਪਣਾ ਮਾਈਂਡ ਦੀ ਪ੍ਰਵਾਹ ਨਹੀਂ ਕਰਨੀ, ਜਾਣਾ ਤੇ ਹਮਲਾ ਕਰਨਾ। ਇਹ ਉਹਦੇ ਨਾਲ ਪ੍ਰਚਾਰ ਕਰਨਾ ਜਾਂ ਕਿਸੇ ਹੋਰ ਨਾਲ, ਕਿਸੇ ਆਰਮਡ ਕੋਰ ਦੇ ਨਾਲ ਜਿੱਥੇ ਤਕਨੀਕੀ ਤੌਰ ਤੇ ਲੋੜ ਹੈਗੀ ਹੈ ਤੇ ਉਸੇ ਵੇਲੇ ਪਾ ਲੈਂਦੇ ਨੇ। ਪੰਗੜੀ ਰੱਖੀ ਤੇ ਉਹ ਫਲਾਇਰ ਜਿਹੜਾ ਉਹ ਲਾਂਦਾ ਤੇ ਉਹ ਪਾ ਲੈਂਦਾ। ਉਹ ਤੁਸੀਂ ਉਹਦੇ ਨਾਲ ਤੇ ਇਨਫੈਂਟਰੀ ਟਰੂਪਸ ਨਾਲ ਮੁਕਾਬਲਾ ਨਹੀਂ ਨਾ ਕਰ ਸਕਦੇ, ਉਹ ਗਲਤ ਗੱਲ ਹੈ। ਬਹੁਤ ਸ਼ੁਕਰੀਆ, ਥੈਂਕ ਯੂ। ਇਹ ਸਨ ਸਾਡੇ ਨਾਲ ਬ੍ਰਿਗੇਡੀਅਰ ਸਰਦਾਰ ਕੁਲਦੀਪ ਸਿੰਘ ਕਾਹਲੋਂ ਜੀ। ਉਹਨਾਂ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ, ਉਹਨਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਔਰ ਤੱਥਾਂ ਦੇ ਨਾਲ ਇਹ ਸਾਰੀ ਗੱਲ ਸਮਝਾਈ ਹੈ ਕਿ ਕਿਵੇਂ ਇਹ ਫੈਸਲਾ ਗਲਤ ਹੈ ਔਰ ਜੇਕਰ ਵਿਰੋਧ ਕੋਈ ਕਰ ਰਿਹਾ ਤਾਂ ਬਿਲਕੁਲ ਠੀਕ ਹੈ, ਇਹ ਫੈਸਲੇ ਨੂੰ ਵਾਪਸ ਲੈਣ ਦੀ ਲੋੜ ਕਿਉਂ ਹੈ। ਇਹ ਅਸੀਂ ਸਾਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਡੀ ਕੀ ਰਾਏ ਹੈ? ਤੁਸੀਂ ਕੀ ਸਮਝਦੇ ਹੋ ਕਿ ਸੁਰੱਖਿਆ ਦੇ ਲਈ ਹੈਲਮਟ ਜਿਹੜਾ ਕਿਹਾ ਜਾ ਰਿਹਾ ਉਹ ਜ਼ਰੂਰੀ ਹੈ ਜਾਂ ਫਿਰ ਸਿੱਖ ਰੈਜੀਮੈਂਟ ਦੇ ਲਈ ਦਸਤਾਰ ਹੀ ਸਭ ਤੋਂ ਪਹਿਲ ਹੈ? ਇਹ ਜਿਹੜੀ ਵੱਖਰੀ ਪਛਾਣ ਮਿਲੀ ਹੋਈ ਹੈ ਉਹ ਹੀ ਬਰਕਰਾਰ ਰੱਖਣੀ ਚਾਹੀਦੀ ਹੈ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।